ਗੱਲ ਕਰਾਂਗੇ ਕਿਸਾਨਾਂ ਦੀ। ਐਮਐਸਪੀ ਦੇ ਫਾਰਮੂਲੇ ਨੂੰ ਲੈ ਕੇ ਕਿਸਾਨ ਆਗੂਆਂ 'ਚ ਮਤਭੇਦ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ, ਕਿਉਂਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਵੱਡਾ ਦਾਅਵਾ ਕੀਤਾ ਹੈ ਕਿ ਸਾਡੇ ਸਾਥੀਆਂ ਨੇ ਸਰਕਾਰ ਨੂੰ ਕਿਹਾ ਹੈ ਕਿ 25 ਤੋਂ 30% ਫਸਲ ਖਰੀਦ ਲਵੋ, ਬਾਕੀ 25 ਤੋਂ 30% ਫਸਲ ਖਰੀਦ ਲਈ ਤਾਂ ਬਾਕੀ ਫਸਲ ਦੀ ਵੀ ਕੀਮਤ ਆਟੋਮੈਟਿਕਲੀ ਵੱਧ ਜਾਵੇਗੀ। ਸਾਡੇ ਸਾਥੀਆਂ ਨੇ ਦਸਤਾਵੇਜ਼ ਸਰਕਾਰ ਨੂੰ ਦਿੱਤੇ ਨੇ। ਰਾਜੇਵਾਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ, ਜੇ ਸਰਕਾਰ ਕੋਈ ਅਜਿਹਾ ਸਮਝੌਤਾ ਕਰੇਗੀ ਤਾਂ ਅਸੀਂ ਅੰਦੋਲਨ ਕਰਾਂਗੇ। ਸ਼ੰਭੂ ਤੇ ਖਨੌਰੀ ਮੋਰਚੇ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ ਸੀ। ਦੱਸ ਕੇ 22 ਫਰਵਰੀ ਨੂੰ ਆ ਪੂਰੀ ਮੀਟਿੰਗ ਹੋਈ ਸੀ ਤੇ ਹੁਣ ਬਲਬੀਰ ਸਿੰਘ ਰਾਜੇਵਾਲ ਐਸਕੇਐਮ ਦੇ ਆਗੂ, ਐਸਕੇਐਮ ਦੇ ਨੇਤਾ, ਇੱਕ ਵੱਡਾ ਦਾਅਵਾ ਉਹਨਾਂ ਦੇ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਾਡੇ ਸਾਥੀਆਂ ਨੇ ਸਰਕਾਰ ਨੂੰ ਕਿਹਾ ਹੈ ਕਿ 25 ਤੋਂ 30% ਫਸਲ ਤੁਸੀਂ ਖਰੀਦ ਲਵੋ, ਬਾਕੀ ਜੋ ਫਸਲ ਦੀ ਕੀਮਤ ਹੈ ਉਹ ਆਟੋਮੈਟਿਕਲੀ ਵੱਧ ਜਾਵੇਗੀ। ਐਮਐਸਪੀ ਦੀ ਲੜਾਈ ਵਿੱਚ ਅੱਜ ਇੱਕ ਨਵੀਂ ਗੱਲ, ਕੱਲ ਇੱਕ ਮੇਰੇ ਸਾਹਮਣੇ ਕੋਈ ਡਾਕੂਮੈਂਟ ਆਇਆ ਜਿਹੜਾ ਸਾਡੇ ਉਹਨਾਂ ਸਾਥੀਆਂ ਨੇ ਭਾਰਤ ਸਰਕਾਰ ਨੂੰ ਪੇਸ਼ ਕੀਤਾ। ਉਹਦਾ ਮੈਂ ਅੱਜ ਮੇਰਾ ਮੀਡੀਆ 'ਚ ਬਿਆਨ ਵਿਰੋਧ ਕੀਤਾ ਕਿ ਜੇ ਇਸ ਤਰ੍ਹਾਂ ਕਰੋਗੇ, ਜੇ ਇੱਦਾਂ ਦਾ ਸਰਕਾਰ ਕੋਈ ਸਮਝੌਤਾ ਕਰੇਗੀ ਤਾਂ ਅਸੀਂ ਇਹ ਤੋਂ ਵੀ ਵੱਡਾ ਅੰਦੋਲਨ ਕਰਾਂਗੇ। ਉਹਨਾਂ ਨੇ ਕਿਹਾ ਪਿਛਲੀ ਮੀਟਿੰਗ 'ਚ ਆਰਗੂਮੈਂਟਸ, ਭਾਈ ਜੀ ਪਤਾ ਨਹੀਂ ਕੋਈ, ਮੈਂ ਇਕਨੋਮਿਕਸ ਦਾ ਤਾਂ ਸਟੂਡੈਂਟ ਨਹੀਂ, ਮੈਨੂੰ ਨਹੀਂ ਸਮਝ ਕੋਈ ਹੈ ਐਸੀ ਕੋਈ ਥਿਓਰੀ ਹੈ। ਉਹਨੇ ਕਿਹਾ ਵੀ ਕੋਈ ਇਕਨੋਮਿਕ ਥਿਓਰੀ ਹੈ ਵੀ ਜੇ 25 ਜਾਂ 30% ਮਾਰਕੀਟ ਤੋਂ ਤੁਸੀਂ ਮਾਲ ਕੋਈ ਖਰੀਦ ਲਓ ਤਾਂ ਬਾਕੀ ਦਿਆਂ ਦੀ ਕੀਮਤਾਂ ਇੰਨੀਆਂ ਚੜ੍ਹ ਜਾਂਦੀਆਂ, ਕੋਈ ਲੋੜ ਹੀ ਨਹੀਂ, ਸਾਨੂੰ ਇੰਨੀ ਕੁ ਸਰਕਾਰ ਖਰੀਦ ਕਰ ਲਵੇ ਤੇ ਬਾਕੀ ਦੀ ਤੇ ਸਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਕਾਨੂੰਨ ਬਣਾ ਦੇ। तो मेरा सवाल है भी असी 135 ਲੱਖ टन कणक हर साल केंद्री अन्न भंडार च देने, जो 35 ਲੱਖ उन्होंने खरीद लिया, 100 ਲੱਖ छड्डती एडी सरप्लस मार्केट च कित्थे जाएगा। 185 ਲੱਖ टन राउंड अबाउट हर साल असी झोना सेंट्रल पूल च देने, 60 उन्होंने खरीद लिया, 125 ਨੂੰ कौन खरीदेगा। ਅਸੀਂ ਇਹਦੇ ਤੇ ਸਹਿਮਤ ਨਹੀਂ, ਪਰ ਜੇ ਕੋਈ ਇਸ ਗੱਲ ਤੇ ਫੈਸਲਾ ਕਰੇਗਾ ਵੀ ਐਮਐਸਪੀ ਚੌਥਾ ਹਿੱਸਾ ਖਰੀਦ ਲਓ, ਬਾਕੀ ਨਾ ਸਰਕਾਰ ਖਰੀਦੇ, ਸਾਡੀ ਇਹਦੇ ਤੇ ਸਹਿਮਤੀ ਨਹੀਂ, ਫਿਰ ਅਸੀਂ ਅੰਦੋਲਨ ਹੋਰ ਵੱਡਾ ਕਰਾਂਗੇ। ਬਹੁਤ ਬਹੁਤ ਧੰਨਵਾਦ। ਖਨੌਰੀ ਸ਼ੰਭੂ ਮੋਰਚੇ ਨੇ ਰਾਜੇਵਾਲ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ, ਸਿਰੇ ਤੋਂ ਨਕਾਰਿਆ ਹੈ। ਖਨੌਰੀ ਮੋਰਚੇ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਰਾਜੇਵਾਲ ਗਲਤ ਦਾਅਵਾ ਕਰ ਰਹੇ ਨੇ, ਜੋ ਮੀਟਿੰਗ 'ਚ ਨਹੀਂ ਸੀ ਉਸ ਨੂੰ ਕੀ ਪਤਾ ਕਿ ਮੀਟਿੰਗ 'ਚ ਕੀ ਹੋਇਆ। ਅਸੀਂ 25 ਤੋਂ 30% ਫਸਲ ਖਰੀਦ ਦੀ ਗੱਲ ਨਹੀਂ ਕੀਤੀ, ਅਸੀਂ ਐਮਐਸਪੀ ਤੇ 100% ਫਸਲ ਖਰੀਦ ਦੀ ਗੱਲ ਕੀਤੀ ਹੈ। ਖਨੌਰੀ ਮੋਰਚੇ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਸ਼ੰਭੂ ਮੋਰਚੇ ਦਾ ਕਹਿਣਾ ਹੈ ਕਿ ਰਾਜੇਵਾਲ ਜੋ ਦਸਤਾਵੇਜ਼ ਨੇ, ਡਾਕੂਮੈਂਟ ਨੇ, ਉਹ ਪੇਸ਼ ਕਰਨ। ਜੇ ਕੋਈ ਦਸਤਾਵੇਜ਼ ਨਹੀਂ ਤਾਂ ਰਾਜੇਵਾਲ ਮੁਆਫੀ ਮੰਗਣ, ਸ਼ੰਭੂ ਮੋਰਚੇ ਨੇ ਕਿਹਾ। ਹਾਲਾਂਕਿ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਮੀਟਿੰਗ ਹੋਈ ਸੀ, ਕਿਸਾਨ ਆਗੂਆਂ ਦੇ ਵੱਲੋਂ ਪ੍ਰਪੋਜ਼ਲ ਰੱਖਿਆ ਗਿਆ ਕਿ 25 ਤੋਂ 30% ਜੇ ਸਰਕਾਰ ਹੈ ਉਹ ਐਮਐਸਪੀ ਤੇ ਫਸਲ ਚੁੱਕੇਗੀ ਤੇ ਬਾਕੀ ਜੋ ਰਹਿੰਦੀ ਫਸਲ ਹੈ ਉਸ ਦੀ ਕੀਮਤ ਆਟੋਮੈਟਿਕਲੀ ਵੱਧ ਜਾਏਗੀ। ਇਸ ਦਾਅਵੇ ਨੂੰ ਦੱਸ ਦੇ ਕਿ तमाम ਸ਼ੰਭੂ ਬਾਰਡਰ ਦੇ ਵੱਲੋਂ, ਖਨੌਰੀ ਬਾਰਡਰ ਦੇ ਵੱਲੋਂ ਖਾਰਜ ਕੀਤਾ ਗਿਆ ਹੈ। ਇਸ ਕਿਸਮ ਦੀ ਕੋਈ ਗੱਲਬਾਤ ਨਹੀਂ ਹੈਗੀ ਨਾ ਮੀਟਿੰਗ ਦੇ ਵਿੱਚ ਇਹ ਏਜੰਡਾ ਸੀਗਾ। ਠੀਕ ਹੈ ਜੀ, ਕਿਸੇ ਵੀ ਸਾਡੇ ਭਰਾ ਨੂੰ ਕੋਈ ਮੁਤਲਕਾ ਲੱਗਦਾ ਵਾ, ਪ੍ਰੈਸ 'ਚ ਜਾਣ ਦੀ ਬਜਾਏ ਉਹਨੂੰ ਸਿੱਧੀ ਸਾਡੇ ਨਾਲ ਗੱਲ ਕਰਨੀ ਚਾਹੀਦੀ ਆ। ਅੰਦਰ ਨਾ ਤਾਂ ਇਸ ਕਿਸਮ ਦੀ ਕੋਈ ਗੱਲ ਹੋਈ ਆ ਤੇ ਨਾ ਇਹ ਜਿਹੀ ਕੋਈ ਗੱਲ ਹੈਗੀ। ਦੇਖੋ, ਮੰਨਿਆ ਜਾ ਰਿਹਾ ਹੈ ਕਿ ਰਾਜੇਵਾਲ ਜੋ ਦਾਅਵਾ ਕਰ ਰਹੇ ਨੇ, ਇਹ ਦਾਅਵਾ ਅਭਿਮਨਿਊ ਕੋਹਾੜ ਦੀ ਇੱਕ ਆਡੀਓ ਦੇ ਆਧਾਰ ਤੇ ਕਰ ਰਹੇ ਨੇ। ਸਾਰੇ ਮਾਮਲੇ ਨੂੰ ਲੈ ਕੇ ਕੋਹਾੜ ਨੇ ਨਿਊਜ਼ 18 ਤੇ ਸਫਾਈ ਦਿੱਤੀ ਹੈ। ਤੁਹਾਨੂੰ ਪਹਿਲਾਂ ਕੋਹਾੜ ਦਾ ਉਹ ਆਡੀਓ ਬਿਆਨ ਸੁਣਾਉਂਦੇ ਹਾਂ ਤੇ ਫਿਰ कोहाड़ दी सफाई। पहली बात तो देखो, हमने ये डिमांड करी कि भाई ये मखाजी जो एक चर्चा चलती है ना कि 17 लाख करोड़ का एमएसपी गारंटी कानून में खर्चा होगा, हमने कहा कि भाई ये सारे फ्रॉड और गलत आर्ग्यूमेंट हैं। एमएसपी गारंटी कानून का मतलब कोई भी किसान या किसान नेता ये नहीं कहता कि 100 की 100% खरीदारी सरकार करे, हम ये नहीं कह रहे हैं। हम कह रहे हैं कि जो भी कोई हमारी खरीदारी करे वह हमारी एमएसपी जो गवर्नमेंट डिक्लेयर्ड एमएसपी उससे नीचे नहीं होनी चाहिए। बस हमारी
मंडी में आकर कोई प्राइवेट परचेजर खरीदा है, कोई गवर्नमेंट प्रोक्यूर करे हमारी मंडी में आकर, वो गवर्नमेंट डिक्लेयर एमएसपी से नीचे नहीं होनी चाहिए हमारी, या है एमएसपी गारंटी कानून का मतलब। एक बात है, तो हमने ये कहा कि भाई अगर भारत सरकार भाई ये कर ले कि भाई हम फलानी फसल को कम से कम 30% तो मान ले भारत सरकार खरीद ले कि भाई, या कोई भी जो बल्क प्रोक्यूरर है, बड़ा प्रोक्यूरर है, अगर वो 30% एमएसपी या एमएसपी से ऊपर खरीद ले तो बाकी मार्केट है वो ऑटोमेटिक वो एमएसपी ਦਾ ਉੱਪਰ ਹੋਵੇਗਾ। ये इकोनॉमिक्स की थ्योरी है ये बहुत सारी। ਕਰ ਰਹੇ ਸੀ ਕਿ ਮੀਟਿੰਗ ਦੇ ਵਿੱਚੋਂ ਕੀ ਕਿਸੇ ਦੇ ਵੱਲੋਂ ਕੋਈ ਰਿਕਾਰਡਿੰਗ ਕੀਤੀ ਗਈ, ਰਿਕਾਰਡਿੰਗ ਕਰਕੇ ਵਾਇਰਲ ਕਰ ਦਿੱਤੀ ਗਈ, ਉਸ ਨੂੰ ਥੋੜਾ ਸਪਸ਼ਟ ਕਰੋ। नहीं, मीटिंग की कोई ऑडियो नहीं है। मैं बताता हूँ आपको, जब ये हो गई हमारी 14 वाली मीटिंग हो गई, उसके 2-3 दिन के बाद एक हरियाणा के नेता हैं, उनके एक पदाधिकारी फोन करते हैं मुझे कि भाई ये कोई 25% 30% का कोई डाउट हो गया, ऐसी कोई बातचीत हुई है क्या? उन्होंने हमसे पूछा तो हमने उनको क्लियर किया कि भाई ऐसी कोई बातचीत नहीं हुई है, ऐसी हमारी कोई मांग नहीं है। बाकी जब हम उनको समझा रहे थे कि भाई जो एक नॉर्मल एक कंसेप्ट होता है, जब ये चर्चा आती है कि भाई फिर तो सरकार का 17 लाख करोड़ का खर्चा हो जाएगा, 18 लाख करोड़ का खर्चा आ जाएगा, फिर व्यापारी बीच में से चले जाएंगे, व्यापारी कोई खरीदना बंद कर देंगे, मार्केट डिस्टोर्ट हो जाएगा, इस तरीके की चीजें हो जाएंगी। जब ये आर्ग्यूमेंट आया तो हमने ये बात कही कि भाई सरकार एमएसपी गारंटी कानून बनाए, सरकार गारंटर बने इस चीज का कि एक भी दाना एमएसपी से नीचे नहीं बिकने दिया जाएगा। 100% खरीद हमारे देश में एमएसपी के ऊपर होगी। तो सरकार जब गारंटर बन जाएगी, उसका ये अर्थ नहीं है कि फिर सारा सरकार को ही खरीदना पड़ेगा। व्यापारी हैं, उनको भी 5 करोड़ 7 करोड़ 10 करोड़ की इन्वेस्टमेंट लगा के उन्होंने अपना सेटअप कर रखा है। ठीक है, आज वो मान लो 70% मार्जिन ले रहे हैं, कल को उनका मार्जिन 20% 30% हो जाएगा, तो उसका ये मतलब नहीं है कि वो अपना कारोबार ही बंद कर देंगे जो उन्होंने 5 करोड़ 7 करोड़ की जो इन्वेस्टमेंट लगा रखी है। अब उन्होंने क्या किया, ये पूरी 13.5 मिनट की जो ये पूरी ऑडियो है, इसमें से बीच की काट के, जो समझने के नाम पे जो उन्होंने फोन किया, उसमें से बीच की 4.5-5 मिनट की ऑडियो काट के उसको गलत तरीके से रिप्रेजेंट कर रहे हैं, जो काम पहले राजनीतिक पार्टियों के वर्कर करते थे। नहीं पर सर ਤੁਹਾਡੇ ਕਹਿੰਦਾ ਕਿ ਭਾਵੇਂ ਜਿਹੜੀ ਆਡੀਓ ਉਹਨੇ ਕੱਟ ਕੇ ਵਾਇਰਲ ਕੀਤੀ ਗਈ ਕਿ ਕਿਤੇ ਨਾ ਕਿਤੇ ਉਹ ਰਾਜੇਵਾਲ ਸਾਹਿਬ तक पहुंची, उस करके ये मतभेद हो गया। हाँ, मैं ये कह रहा हूँ जिसने भी पहुंचाई वो गलत तरीके से आधी अधूरी सूचना उन तक पहुंचाई। अब कैसे पहुंची कैसे नहीं पहुंची वो तो मैं उस पर तो कोई टिप्पणी नहीं कर सकता, लेकिन जिसने भी उन तक पहुंचाई वो आधी अधूरी काट के वो जानकारी